ਕਿਸਾਨੀ ਅੰਦੋਲਨ ਨੂੰ ਚੱਲਦਿਆਂ ਲਗਭਗ 4 ਮਹੀਨੇ ਦਾ ਸਮਾਂ ਹੋਣ ਜਾ ਰਿਹਾ ਤੇ 4 ਮਹੀਨੇ ਦੇ ਵਿੱਚ ਕਿਸਾਨੀ ਅੰਦੋਲਨ ਨੇ ਬਹੁਤ ਵੱਡੇ ਪੜਾਅ ਜਿਹੜੇ ਆ ਉਹ ਤੈਅ ਕੀਤੇ। ਸਾਡੇ ਨਾਲ ਜੁੜ ਚੁੱਕੇ ਆ ਸਰਦਾਰ ਗੁਰਦੀਪ ਸਿੰਘ ਜੀ ਸਿੱਧੂ, ਜਿਹੜੇ ਕਿ ਦੁਆਬਾ ਖੇਤਰ ਦੇ ਰਹਿਣ ਵਾਲੇ, ਜ਼ਿਲ੍ਹਾ ਜਲੰਧਰ ਦੇ। ਗੁਰਦੀਪ ਸਿੰਘ ਪਹਿਲੇ ਦਿਨ ਤੋਂ ਹੀ ਕਿਸਾਨੀ ਅੰਦੋਲਨ ਨਾਲ ਜੁੜੇ ਹੋਏ ਆ ਤੇ ਅੱਜ ਉਹਨਾਂ ਨੇ ਇੱਕ ਮੰਗ ਪੱਤਰ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ ਸੰਯੁਕਤ ਕਿਸਾਨ ਮੋਰਚੇ ਨੂੰ ਦਿੱਤਾ ਕਿ ਕੁਝ ਨੌਜਵਾਨ ਜਿਹੜੇ ਪੱਕੇ ਅਨੰਦਪੁਰ ਸਾਹਿਬ ਵਿਖੇ ਲੰਗਰ ਲਾਉਂਦੇ ਸਨ ਉਹ ਵਾਪਸ ਜਾ ਰਹੇ ਆ, ਕਿਉਂਕਿ ਉਹਨਾਂ ਦੀਆਂ ਉੱਥੇ ਪੱਕੀਆਂ ਡਿਊਟੀਆਂ ਲੱਗੀਆਂ ਲੰਗਰਾਂ ਦੀਆਂ। ਪਰ ਇਹਨਾਂ ਨੇ ਸਾਰਿਆਂ ਦੇ ਨਾਲ ਇਸ ਗੱਲ ਦਾ ਸਹਿਮਤੀ ਬਣਾਈ ਆ ਕਿ ਜਿਹੜਾ ਹੋਲਾ ਮਹੱਲਾ ਆ ਉਹਦਾ ਪ੍ਰੋਗਰਾਮ ਜਿਹੜਾ ਆ ਉਹ ਇੱਥੇ ਹੀ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਤੇ ਇੱਥੇ ਹੀ ਮਹੱਲਾ ਕੱਢਿਆ ਜਾਵੇਗਾ। ਗੁਰਦੀਪ ਸਿੰਘ ਜੀ, ਕੀ ਪ੍ਰੋਗਰਾਮ ਬਣਿਆ ਤੁਹਾਡਾ ਅੱਜ? ਬਿਲਕੁਲ, ਅਸੀਂ ਇਸ ਅੰਦੋਲਨ ਦੇ ਵਿੱਚ ਇਹ ਮੰਗ ਦੇਖਦੇ ਸੀਗੇ ਕਿ ਜਿਹੜੀਆਂ ਕਿਸਾਨ ਪਹਿਲੇ ਦਿਨ ਤੋਂ ਇੱਥੇ ਡਟੇ ਸੀ, ਉਹਨਾਂ ਦਾ ਇੱਕ ਮਨ ਸੀਗਾ ਕਿ ਅਸੀਂ ਇਹ ਜਿਹੜੇ 3 ਕਾਲੇ ਕਾਨੂੰਨਾਂ ਵਾਸਤੇ ਇਸ ਅੰਦੋਲਨ ਦੇ ਵਿੱਚ ਘਰੋਂ ਆਪਣਾ ਅਰਦਾਸ ਕਰਕੇ ਤੁਰੇ ਸੀਗੇ। ਉਹ ਅਰਦਾਸ ਕਿਸੇ ਤੱਕ ਉਹਨਾਂ ਨੇ ਜਿਹੜੀ ਕੀਤੀ ਸੀਗੀ ਕਿ ਵਾਪਸ ਅਸੀਂ ਨਹੀਂ ਜਾਣਾ, ਲੇਕਿਨ ਜਦੋਂ ਆਨੰਦਪੁਰ ਸਾਹਿਬ ਦਾ ਹੋਲੇ ਮਹੱਲੇ ਦਾ ਪ੍ਰੋਗਰਾਮ ਆ ਗਿਆ ਉਹਨਾਂ ਨੂੰ ਆਪਣੀ ਉਹ ਪਿਛਲਾ ਯਾਦ ਆ ਗਿਆ ਕਿ ਅਸੀਂ ਹਰ ਸਾਲ ਉੱਥੇ ਲੰਗਰ ਲਾਉਨੇ, ਸਾਨੂੰ ਕਾਫੀ ਸਾਲ ਹੋ ਗਏ ਆ ਲੰਗਰ ਚੱਲਦਿਆਂ ਨੂੰ ਸਾਡੇ, ਕਿ ਉਹ ਵੀਰ ਸਾਨੂੰ ਜਾਣਾ ਪੈਣਾ। ਉਹ ਮੈਨੂੰ ਇਹੀ ਗੱਲ ਦੱਸ ਕੇ, ਭਾਜੀ ਵੀ ਨਹੀਂ, ਅਸੀਂ ਜਾ ਕੇ 4 ਦਿਨਾਂ ਬਾਅਦ ਅਸੀਂ ਵਾਪਸ ਆ ਜਾਣਾ ਤੁਹਾਡੇ ਕੋਲ, 31 ਤਰੀਕ ਨੂੰ ਜਾਂ 1 ਤਰੀਕ ਨੂੰ ਅਸੀਂ ਤੁਹਾਡੇ ਕੋਲ ਵਾਪਸ ਆ ਜਾਣਾ, ਸਾਨੂੰ 3-4 ਦਿਨ ਵਾਸਤੇ ਇੱਥੋਂ ਚੱਲਣ ਦਿਓ। ਅਸੀਂ ਉਹਨਾਂ ਨੂੰ ਕਾਫੀ ਬੇਨਤੀਆਂ ਕੀਤੀਆਂ ਕਿ ਤੁਸੀਂ ਵਾਪਸ ਨਾ ਜਾਓ, ਵੀ ਆਪਾਂ ਉਹੀ ਪ੍ਰੋਗਰਾਮ ਇੱਥੋਂ ਇਹ ਮੇਨ ਸਟੇਜ ਤੋਂ ਐਲਾਨ ਕਰਾ ਕੇ ਆਪਾਂ ਇੱਥੋਂ ਹੀ ਹੋਲੇ ਮਹੱਲੇ ਦਾ ਦਿਨ ਮਨਾਵਾਂਗੇ, ਕਿਉਂਕਿ ਨਿਹੰਗ ਜਥੇਬੰਦੀਆਂ ਸਾਡੇ ਕੋਲ ਪਹਿਲਾਂ ਤੋਂ ਹੀ ਇੱਥੇ ਡਟੀਆਂ ਹੋਈਆਂ ਆ। ਉਹ ਵੀ ਚਾਹੁੰਦੀਆਂ ਕਿ ਅਸੀਂ ਉੱਥੇ ਜਾਣ ਦੀ ਬਜਾਏ, ਕਿਉਂਕਿ ਗਰਮੀ ਬਹੁਤ ਆ, ਇੱਥੋਂ ਘੋੜਿਆਂ ਨੂੰ ਲੈ ਕੇ ਜਾਣ ਵਾਸਤੇ ਟਰਾਂਸਪੋਰਟ ਚਾਹੀਦੀ ਆ, ਉਹ ਫਿਰ ਉੱਥੇ ਲੈ ਕੇ ਜਾਣਗੇ ਫਿਰ ਵਾਪਸ ਆਉਣਗੇ। ਹੁਣ ਜਦੋਂ ਇਹ ਵਾਪਸ ਚਲ ਗਏ, ਮੈਂ ਨਹੀਂ ਕਹਿੰਦਾ ਕਿ ਜਿਸ ਹਿਸਾਬ ਨਾਲ ਇੱਥੇ ਨਿਰਾਸ਼ਾ ਚੱਲਣ ਡਈ ਉਹ ਆ ਕਿ ਕੋਈ ਜਿਹੜਾ ਇੱਕ ਵਾਰੀ ਚਲ ਗਿਆ ਮੁੜ ਕੇ ਉਹਨਾਂ ਦਾ ਦਿਲ ਕਰੇ ਛੇਤੀ ਵਾਪਸ ਆਈਏ। ਇਸ ਕਰਕੇ ਮੈਂ ਚਾਹੁੰਦਾ, ਆਪਣੇ ਦਿਲੋਂ ਅਸੀਂ ਚਾਹੁੰਦੇ ਸੀਗੇ ਕਿ ਇਸ ਬਾਰਡਰ ਤੋਂ ਜਿਹੜਾ ਇੱਕ ਮੇਰਾ ਵੀਰ ਆ ਗਿਆ ਉਹ ਕਦੀ ਵੀ ਵਾਪਸ ਜਾਣ ਦਾ ਨਾ ਸੋਚੇ। ਕੋਈ ਉਹਨੂੰ ਘਰ ਦੇ ਰੁਝੇਵੇਂ ਹੋਣਗੇ ਉਹ ਕਰਕੇ ਫਿਰ ਵਾਪਸ ਆ ਜਾਵੇ, ਲੇਕਿਨ ਕੁਛ ਇੱਦਾਂ ਦਾ ਨਾ ਕਰੇ ਕਿ ਆਪਣਾ ਟਰੈਕਟਰ ਟਰਾਲੀ, ਜਿੱਦਾਂ ਹੁਣ ਆਪਣੇ ਨਿਹੰਗ ਜਥੇਬੰਦੀਆਂ ਘੋੜੇ ਲੈ ਕੇ ਜਾਣ ਵਾਸਤੇ ਵੀ ਅਸੀਂ ਟਰੱਕ 'ਚ ਟਰਾਂਸਪੋਰਟ ਕਰਕੇ ਲਿਜਾਣੇ ਪੈਣੇ ਸੀ ਉਹਨਾਂ ਨੇ ਸਾਰਾ ਕੁਝ ਦੇਖਦੇ ਹੋਏ ਉਹਨਾਂ ਨੇ ਇਹੀ ਅੱਜ ਸਾਡੀ ਸਲਾਹ ਹੋਈ ਆ, ਕੱਲ੍ਹ ਵੀ ਗੱਲ ਚੱਲਦੀ ਸੀਗੀ, ਪਰਸੋਂ ਵੀ ਚੱਲਦੀ ਸੀ ਕਿ ਆਪਾਂ ਇੱਥੇ ਹੀ ਇਹ ਦਿਨ ਮਨਾਈਏ। ਪਰ ਇਹ ਸਾਨੂੰ ਯੂਥ ਨੂੰ ਜਾਂ ਜਥੇਬੰਦੀਆਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਸੀਗਾ। ਮੈਂ ਚਾਹੁੰਦਾ ਸੀ ਕਿ ਇਹ ਸਾਡੀਆਂ 32 ਜਥੇਬੰਦੀਆਂ 40 ਜਥੇਬੰਦੀਆਂ ਇਹ ਪਲਾਨ ਉਹਨਾਂ ਨੂੰ ਦੇਣੇ ਚਾਹੀਦੇ ਸੀ, ਪੰਜਾਬ ਦੀ ਬਜਾਏ ਉਹਨਾਂ ਨੂੰ ਸੰਘੂ ਬਾਰਡਰ ਦੇ ਪਲਾਨ ਦੇਣੇ ਚਾਹੀਦੇ ਸੀਗੇ। ਅਸੀਂ ਇੱਥੇ ਹਰੇਕ ਦਿਨ ਤਿਉਹਾਰ ਪਹਿਲੇ ਦਿਨ ਤੋਂ ਜਦੋਂ ਦੇ ਅਸੀਂ ਆਏ ਆ, ਇਹ ਪਹਿਲਾ ਪਲਾਨ ਉਹਨਾਂ ਦਾ ਹੋਵੇ ਕਿ ਅਸੀਂ ਇਹ ਦਿਨ ਤਿਉਹਾਰ ਮਨਾਈਏ। ਦੇਖੋ ਇੱਥੇ ਬੀਬੀਆਂ ਦੇ ਦਿਨ ਮਨਾਏ ਜਾ ਰਹੇ ਆ, ਹਰੇਕ ਰੁੱਤ ਦੇ ਦਿਨ ਤਿਉਹਾਰ ਮਨਾਏ ਜਾ ਰਹੇ ਆ, ਲੇਕਿਨ ਜਿਹੜੇ ਸਾਡੇ ਇਤਿਹਾਸਿਕ ਦਿਨ ਆ ਉਹਨਾਂ ਨੂੰ ਅਸੀਂ ਪਿੱਛੇ ਕਰ ਰਹੇ ਆ। ਬੜੇ ਦਿਲ ਨੂੰ ਰੋਸ ਆਉਂਦਾ, ਪਰ ਨਹੀਂ, ਅਸੀਂ ਇਸ ਅੰਦੋਲਨ ਦੇ ਨਾਲ ਪਹਿਲੇ ਦਿਨ ਤੋਂ ਜੁੜੇ ਆ। ਅਸੀਂ ਇਸ ਅੰਦੋਲਨ ਨੂੰ ਚੜ੍ਹਦੀ ਕਲਾ ਵੱਲ ਲੈ ਕੇ ਜਾਣਾ ਆ, ਢਹਿੰਦੀ ਕਲਾ ਵੱਲ ਨਾ ਅਸੀਂ ਲੈ ਕੇ ਜਾਣਾ, ਨਾ ਹੀ ਅਸੀਂ ਉਹਦੇ ਵੱਲ ਸੋਚਦੇ ਹਾਂ। ਜਿਹੜਾ ਕੋਈ ਮੇਰਾ ਵੀਰ ਇੱਦਾਂ ਦਾ ਸੋਚਦਾ ਆ, ਅਸੀਂ ਉਹਨੂੰ ਵੀ ਸਮਝਾਉਂਦੇ ਹਾਂ ਕਿ ਨਹੀਂ, ਅਸੀਂ ਇਸ 30-32 ਜਥੇਬੰਦੀਆਂ ਦਾ ਸਾਥ ਦੇਣਾ ਆ, ਇਸ ਅੰਦੋਲਨ ਨੂੰ ਚੜ੍ਹਦੀ ਕਲਾ ਵੱਲ ਲੈ ਕੇ ਜਾਣਾ ਆ। ਇਹ ਜਿਹੜੇ ਕਾਲੇ ਕਾਨੂੰਨ ਸਾਡੇ 'ਤੇ ਥੋਪੇ ਆ, ਅਸੀਂ ਉਹ ਸਰਕਾਰ ਜਦੋਂ ਤੱਕ ਵਾਪਸ ਨਹੀਂ ਲੈਂਦੀ, ਅਸੀਂ ਇਸ ਅੰਦੋਲਨ 'ਚ ਡਟੇ ਰਹਿਣਾ ਆ। ਜਿਹੜੇ ਵੀ ਦਿਨ ਤਿਉਹਾਰ ਆਉਂਦੇ ਆ, ਅਸੀਂ ਹੁਣ ਪਹਿਲਾਂ ਅਸੀਂ ਕੁਝ ਮੈਨੂੰ ਪਤਾ ਲੱਗਾ ਕਿ ਅਸੀਂ ਜਥੇਬੰਦੀਆਂ ਦੇ ਪ੍ਰਧਾਨਾਂ ਨੂੰ ਦੱਸਦੇ ਸੀਗੇ ਕਿ ਅਸੀਂ ਆਹ ਦਿਨ ਮਨਾ ਰਹੇ ਹਾਂ, ਪਰ ਉਹ ਜੋ ਦੱਸਦੇ ਸੀਗੇ ਕਿ ਉਹ ਜਥੇਬੰਦੀਆਂ ਦੇ ਪ੍ਰੋਪਰ 32 ਜਥੇਬੰਦੀਆਂ ਤੱਕ ਨਹੀਂ ਪਹੁੰਚਦੇ ਸੀਗੇ, ਜੋ ਉਹਨਾਂ 'ਚ ਰੋਸਾ ਚੱਲ ਰਿਹਾ ਸੀ, ਰੋਸ ਸੀਗਾ ਉਹਨਾਂ ਦੇ ਸਾਡੇ ਪ੍ਰਤੀ। ਲੇਕਿਨ ਮੈਂ ਆਪਣੀ ਜਗ੍ਹਾ 'ਤੇ ਬਿਲਕੁਲ ਸਹੀ ਸੀਗਾ ਕਿ ਅਸੀਂ ਜਥੇਬੰਦੀਆਂ ਨੂੰ ਦੱਸਦੇ ਸੀ, ਜਿਹੜੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਜੋ ਵੀ ਕਿਸੇ ਕੋਈ ਆਪਣਾ ਹੁਸ਼ਿਆਰਪੁਰ ਦਾ ਸੀਗਾ, ਕੋਈ ਅੰਮ੍ਰਿਤਸਰ ਦਾ, ਕੋਈ ਗੁਰਦਾਸਪੁਰ ਦਾ, ਕੋਈ ਫਿਰੋਜ਼ਪੁਰ ਦੇ, ਹਰੇਕ ਜਗ੍ਹਾ 'ਤੇ ਸਾਡੇ ਕੋਲ ਮਿਲਦੇ ਸੀਗੇ। ਅਸੀਂ ਉਹਨਾਂ ਨਾਲ ਹਰੇਕ ਨਾਲ ਗੱਲਬਾਤ ਕਰਦੇ ਸੀ। ਉਹ ਗੱਲਬਾਤ 'ਚ ਹੀ ਰਹਿ ਜਾਂਦੀ ਸੀਗੀ, ਪਰ ਉਹ ਜਥੇਬੰਦੀਆਂ ਤੱਕ ਨਹੀਂ ਪਹੁੰਚਦੀ ਸੀ, ਲਿਖਤੀ ਰੂਪ 'ਚ ਨਹੀਂ ਜਾਂਦੀ ਸੀ। ਪਰ ਹੁਣ ਅਸੀਂ ਜਦੋਂ ਦੇ ਅਸੀਂ ਦੁਬਾਰਾ ਸ਼ੁਰੂ ਹੋਏ ਆ ਕਿ ਅਸੀਂ ਨਹੀਂ, ਹੁਣ ਲਿਖਤੀ ਰੂਪ 'ਚ 32 ਹੀ ਸੰਯੁਕਤ ਕਿਸਾਨ ਮੋਰਚੇ ਨੂੰ ਅਸੀਂ ਲਿਖਤੀ ਰੂਪ 'ਚ ਦੇਵਾਂਗੇ ਕਿ ਕੱਲ੍ਹ ਨੂੰ ਉਹ ਇਹ ਗੱਲ ਨਾ ਕਹਿ ਸਕਣ ਕਿ ਇਹ ਕੋਈ ਸ਼ਰਾਰਤੀ ਅਨਸਰ ਆ ਜਾਂ ਕੋਈ ਇਹ ਆਮ ਮੁਹਾਰੇ ਵਾਲੀ ਗੱਲ ਕਰਦੇ ਆ। ਕਿਉਂਕਿ ਅਸੀਂ ਇਸ ਅੰਦੋਲਨ ਦੇ ਵਿੱਚ ਜਿੰਨਾ ਜਥੇਬੰਦੀਆਂ ਜ਼ੋਰ ਲਾ ਰਹੀਆਂ, ਅਸੀਂ ਉਹਨਾਂ ਨਾਲੋਂ ਵੱਧ ਕੇ ਹੀ ਜ਼ੋਰ ਲਾ ਰਹੇ ਹਾਂ, ਕਿਉਂਕਿ ਉਹਨਾਂ ਦੀ ਗੱਲ ਸੈਂਟਰ ਦੇ ਨਾਲ ਚੱਲਦੀ ਆ। ਅਸੀਂ ਆਪਣੀ ਗੱਲ ਇਸ ਸੰਘੂ ਬਾਰਡਰ ਤੱਕ ਹੀ ਰੱਖਦੇ ਹਾਂ ਕਿ ਇਸ ਅੰਦੋਲਨ ਦੇ ਵਿੱਚ ਕਿਸੇ ਵੀ ਮੇਰੇ ਕਿਸਾਨ ਵੀਰ ਨੂੰ, ਮੇਰੀ ਭੈਣ ਨੂੰ ਕੋਈ ਮੁਸ਼ਕਲ ਨਾ ਆਵੇ। ਜੋ ਕੋਈ ਉਹਨਾਂ ਦੀ ਮੁਸ਼ਕਲ ਆਉਂਦੀ ਆ, ਅਸੀਂ ਉਹਦਾ ਹੱਲ ਕਰ ਸਕੀਏ, ਕਿ ਉਹ ਜਥੇਬੰਦੀਆਂ ਨੂੰ
ਗੱਲ ਪਹੁੰਚਾਉਣ ਦੀ ਬਜਾਏ ਪਹਿਲਾਂ ਸਾਨੂੰ ਦੱਸਣ, ਅਸੀਂ ਉਹ ਗੱਲ ਦਾ ਹੱਲ ਕਰ ਦਈਏ। ਕਿਉਂਕਿ ਜੇ ਸਾਡੀਆਂ ਜਥੇਬੰਦੀਆਂ ਇੱਥੇ ਹੀ ਇਹੀ ਸਾਡੀਆਂ ਹੀ ਛੋਟੀਆਂ ਮੰਗਾਂ ਕਰਦੀਆਂ ਰਹਿਣਗੀਆਂ, ਉਹਨਾਂ ਧਿਆਨ ਇੱਥੇ ਹੀ ਘੁੰਮਦਾ ਰਹੂਗਾ ਸੰਘੂ ਬਾਰਡਰ ਤੇ, ਉਹ ਸੈਂਟਰ 'ਚ ਕੀ ਗੱਲ ਕਰਨਗੇ। ਉਹਨਾਂ ਦੇ ਵਾਸਤੇ ਬਹੁਤ ਵੱਡੇ ਮਸਲੇ ਆ ਜਿਹੜੇ ਕਰਨ ਵਾਲੇ, ਕਿਉਂਕਿ ਜੋ ਸਰਕਾਰ ਹਰ ਪੈਂਤੜਾ ਅਖਤਿਆਰ ਕਰ ਰਹੀ ਆ ਕਿ ਕਿਸੇ ਤਰ੍ਹਾਂ ਇਹ ਅੰਦੋਲਨ ਜਿਹੜਾ ਆ ਇਹਨੂੰ ਢਾਹ ਲਾ ਸਕੀਏ। ਜਿੱਦਾਂ ਹੁਣ ਪਿੱਛੇ ਕਣਕ ਦਾ ਸੀਜ਼ਨ ਆ ਰਿਹਾ ਆ, ਦੇਖੋ ਉਹਦੇ ਵਿੱਚ ਵੀ ਕਾਫੀ ਸ਼ਰਤਾਂ ਰੱਖ ਰਹੀ ਆ। ਅਸੀਂ ਤਾਂ ਜਥੇਬੰਦੀਆਂ ਨੂੰ ਇਹੀ ਅਪੀਲ ਕਰਦੇ ਆ ਕਿ ਤੁਸੀਂ ਉਹ ਜਿਹੜੇ ਸਾਡੇ ਤੇ ਪੈਂਤੜੇ ਵਰਤ ਰਹੇ ਆ, ਤੁਸੀਂ ਉਹਦਾ ਤੋੜ ਲੱਭੋ, ਉਹਨੂੰ ਮੂੰਹ ਤੋੜ ਜਵਾਬ ਦਿਓ। ਅਸੀਂ ਉਹਨਾਂ ਨੂੰ ਉਧਰਲੇ ਪਾਸੇ ਹੀ ਲਾਉਣਾ ਚਾਹੁੰਦੇ ਆ। ਅਸੀਂ ਬਾਕੀ ਅੰਦੋਲਨ ਦੀ ਅਸੀਂ ਜ਼ਿੰਮੇਵਾਰੀ ਚੱਕਣੀ ਚਾਹੁੰਦੇ ਆ ਕਿ ਅਸੀਂ ਇਸ ਅੰਦੋਲਨ ਨੂੰ ਕਿਸੇ ਪਾਸੇ ਜਾਣ ਨਹੀਂ ਦਿੰਦੇ। ਸੰਘੂ ਬਾਰਡਰ ਤੇ ਇੱਕ ਝੰਡੇ ਥੱਲੇ ਅਸੀਂ ਆਏ ਆ। ਇੱਕੋ ਹੀ ਸਾਡਾ ਟਿੱਕਰੀ ਬਾਰਡਰ, ਸੰਘੂ ਬਾਰਡਰ, ਗਾਜੀਪੁਰ ਬਾਰਡਰ ਜਾਂ ਪੂਰੇ ਭਾਰਤ ਦੀ ਇੱਕੋ ਹੀ ਮੰਗ ਆ ਕਿ 3 ਕਾਲੇ ਕਾਨੂੰਨ ਵਾਪਸ ਕਰਾਉਣੇ, MSP ਦੀ ਗਰੰਟੀ ਲੈਣੀ। ਕਿਉਂਕਿ ਅਸੀਂ ਬੈਠੇ ਬੇਸ਼ੱਕ ਵੱਖਰੇ ਆ, ਲੇਕਿਨ ਸਾਡਾ ਮੁੱਦਾ ਇੱਕ ਆ। ਸਿੱਧੂ ਸਾਹਿਬ, ਜਿਸ ਤਰ੍ਹਾਂ ਤੁਸੀਂ ਹੁਣ ਦਿੱਤਾ ਕਿਸਾਨ ਜਥੇਬੰਦੀਆਂ ਨੂੰ, ਕੀ ਤੁਹਾਨੂੰ ਨਹੀਂ ਕੋਈ ਭਰੋਸਾ ਦਿੱਤਾ ਕਿ ਤੁਹਾਨੂੰ ਜਿਹੜੀ ਇਜਾਜ਼ਤ ਮਿਲ ਜਾਊਗੀ ਤੇ ਸਾਰੇ ਇੱਕ ਥਾਂ ਰਲ ਕੇ, ਤਾਂ ਕਿ ਪਾਟੋ ਧਾੜ ਨਾ ਦਿਸੇ ਜੀ ਪ੍ਰੋਗਰਾਮ ਦੇ ਵਿੱਚ, ਵੀ ਉਹ ਤੁਹਾਨੂੰ ਇਜਾਜ਼ਤ ਦੇ ਦੇਣਗੇ ਤੇ ਤੁਹਾਡਾ ਸਾਥ ਦੇਣਗੇ? ਬਿਲਕੁਲ ਜੀ, ਬਿਲਕੁਲ। ਉਹਨਾਂ ਨੇ ਵੈਸੇ ਉਹਨਾਂ ਦੇ ਚਿਹਰਿਆਂ ਤੋਂ ਵੀ ਲੱਗ ਰਿਹਾ ਸੀਗਾ, ਤੇ ਵੈਸੇ ਉਹਨਾਂ ਨੇ ਇਹੀ ਗੱਲ ਰੱਖੀ ਆ ਕਿ ਸਾਡੀ ਹੁਣ ਮੀਟਿੰਗ ਚੱਲ ਰਹੀ ਆ, ਕੋਈ ਉਹਨਾਂ ਦਾ ਕੋਈ ਮਸਲਾ ਸੀਗਾ, ਉਸ ਮਸਲੇ ਤੇ ਮੀਟਿੰਗ ਚੱਲਦੀ ਆ। ਉਹ ਕਹਿੰਦੇ ਸੀ ਅਸੀਂ ਮੀਟਿੰਗ ਦੇ ਵਿੱਚ ਹੀ ਫੈਸਲਾ ਕਰਕੇ ਤੁਹਾਨੂੰ ਅਸੀਂ ਦੱਸ ਦੇਵਾਂਗੇ ਕਿ ਆਪਾਂ ਇਸ ਪ੍ਰੋਗਰਾਮ ਦੇ ਉੱਤੇ ਗੱਲਬਾਤ ਸਾਰਿਆਂ ਨੇ, ਕਿਉਂਕਿ ਦੇਖੋ 32-40 ਜਥੇਬੰਦੀਆਂ ਆ, ਉਹਨਾਂ ਨੇ ਇੱਕ ਨੇ ਫੈਸਲਾ ਨਹੀਂ ਦੇਣਾ, ਉਹ ਸਾਰਿਆਂ ਦੀ ਰਜ਼ਾ ਦੇ ਨਾਲ ਹੋਣਾ। ਅਸੀਂ ਉਹਨਾਂ ਨੂੰ ਲਿਖਤੀ ਰੂਪ 'ਚ ਦੇ ਕੇ ਆਏ ਆ, ਉਹਨਾਂ ਨੇ ਸਾਨੂੰ ਸ਼ਾਮ ਤੱਕ ਦੱਸ ਦੇਣਾ। ਇਹੀ ਬੇਨਤੀ ਅਸੀਂ ਉਹਨਾਂ ਨੂੰ ਕੀਤੀ ਸੀ ਕਿ ਤੁਸੀਂ ਮੇਨ ਸਟੇਜ ਤੋਂ ਤੁਸੀਂ ਇਹ ਕਹੋਗੀ ਸਾਰੀ ਸੰਗਤ ਨੂੰ ਕਿ ਤੁਸੀਂ ਇੱਥੇ ਆਓ, ਆਣ ਕੇ ਆਪਾਂ ਇਹ ਦਿਨ ਮਨਾ ਸਕੀਏ। ਸਿੱਧੂ ਸਾਹਿਬ, ਆਪਾਂ ਦੇਖਦੇ ਹਾਂ ਕਿ ਜਿੱਦਾਂ ਤੁਸੀਂ ਗੱਲ ਨਿਰਾਸ਼ਾ ਦੀ ਕੀਤੀ ਆ ਕਿ ਹਰ ਦੇ ਮਨ ਦੀ ਇੱਕ ਤਮੰਨਾ ਆ ਵੀ ਅਸੀਂ ਅੰਦੋਲਨ ਜਿੱਤਣਾ ਆ, ਪਰ ਬੜੇ ਲੰਬੇ ਦਿਨ ਹੋ ਗਏ ਆ। ਲੰਬਾ ਦਿਨ ਹੋਣ ਦੇ ਨਾਲ ਕਈ ਵਾਰੀ ਨਿਰਾਸ਼ਾ ਯਕੀਨਨ ਹੋ ਜਾਂਦੀ ਆ। ਨੌਜਵਾਨਾਂ ਅਸੀਂ ਵੀ ਕਵਰੇਜ ਕਰਦੇ ਗੱਲ ਕਰਦੇ ਕਿ ਨੌਜਵਾਨ ਜਿਹੜੇ ਆ ਉਹ ਪ੍ਰੋਗਰਾਮ ਮੰਗਦੇ ਆ ਵੀ ਸਾਨੂੰ ਕੋਈ ਹੋਰ ਪ੍ਰੋਗਰਾਮ ਦਿੱਤਾ ਜਾਵੇ। ਚਾਹੇ ਉਸ ਦਿਨ KMP ਰੋਕਣ ਦਾ ਸੀਗਾ ਤੇ ਇੱਕ ਉਤਸ਼ਾਹ ਆ ਜਾਂਦਾ ਆ, 2 ਦਿਨ ਪਹਿਲਾਂ ਤਿਆਰੀ ਸ਼ੁਰੂ ਹੋ ਜਾਂਦੀ ਆ। ਉਸ ਦਿਨ ਫਿਰ ਲੋਕਾਂ 'ਚ ਉਤਸ਼ਾਹ ਹੁੰਦਾ ਵੀ ਅਸੀਂ ਅੱਜ ਆਪਣਾ ਆਹ ਕੰਮ ਕਰ ਰਹੇ ਹਾਂ। ਕਿਸਾਨ ਜਥੇਬੰਦੀਆਂ ਦੇ ਲੀਡਰ ਜਿਹੜੇ ਇਸ ਵੇਲੇ ਵੱਖ-ਵੱਖ ਰਾਜਾਂ ਦੀਆਂ ਚੋਣਾਂ ਵਿੱਚ ਵੀ ਬਿਜੀ ਹੈਗੇ ਆ। ਬੜੇ ਦਿਨਾਂ ਤੋਂ ਸਟੇਜ ਤੋਂ ਵੀ ਕੋਈ ਵੱਡਾ ਲੀਡਰ ਜਿਹੜਾ ਆ ਉਹ ਸੰਗਤ ਨੂੰ ਸੰਬੋਧਨ ਨਹੀਂ ਹੋ ਰਿਹਾ। ਇਹ ਜਿਹੜਾ ਗੈਪ ਹੈ, ਇੱਕ ਗੈਪ ਦੇ ਨਾਲ ਜਿਹੜੀ ਆ ਲੋਕਾਂ ਦੇ ਵਿੱਚ ਇੱਕ ਸ਼ੰਕਾ ਆ ਰਹੀ ਆ, ਨਿਰਾਸ਼ਾ ਆ ਰਹੀ ਆ, ਤੇ ਤਾਂ ਕਿ ਵੀ ਜਥੇਬੰਦੀਆਂ ਕੋ ਸਾਨੂੰ ਪ੍ਰੋਗਰਾਮ ਦੇਣ। ਤੇ ਨੌਜਵਾਨ ਜਿਹੜੇ ਆ, ਤੁਸੀਂ ਸਾਰੇ ਰਲ ਮਿਲ ਕੇ ਉਪਰਾਲਾ ਕਰਦੇ ਆ, ਇਹ ਕਮੀ ਲੱਗ ਰਹੀ ਸਾਰੇ ਕਿਤੇ? ਦੇਖੋ ਜੀ, ਇਹ ਕਮੀ ਬਹੁਤ ਜ਼ਿਆਦਾ ਕਮੀ ਆ ਜਥੇਬੰਦੀਆਂ ਦੇ ਵਿੱਚ, ਕਿਉਂਕਿ ਦੇਖੋ ਹਰੇਕ ਬੰਦੇ ਦੀ ਜਿੱਥੇ ਤੱਕ ਪਹੁੰਚ ਆ ਉਹਨੇ ਉਨੀ ਹੀ ਗੱਲ ਕਰਨੀ ਆ। ਜਥੇਬੰਦੀਆਂ ਦੀ ਪਹੁੰਚ ਕਾਫੀ ਦੂਰ ਤੱਕ ਹੈ, ਉਹਨਾਂ ਨੇ ਉਹ ਦੂਰ ਤੱਕ ਗੱਲ ਕਰਨੀ ਆ। ਲੇਕਿਨ ਉਹਨਾਂ ਨੂੰ ਪਹਿਲੇ ਦਿਨ ਤੋਂ ਜਦੋਂ ਦੇ ਆਏ ਆ, ਅਸੀਂ ਜਦੋਂ ਨਵੰਬਰ ਮਹੀਨੇ ਦੇ ਚੱਲੇ ਆ, ਹੁਣ ਮਾਰਚ ਮਹੀਨਾ ਉਹ ਵੀ ਖਤਮ ਹੋਣ ਤੱਕ ਪਹੁੰਚ ਗਿਆ, ਸਾਡੇ ਕੋਲ ਅਸੀਂ ਅੱਜ ਤੱਕ ਇਕੱਠੇ ਨਹੀਂ ਹੋ ਸਕੇ। ਕਿਉਂਕਿ ਇਹਨਾਂ ਨੇ ਬਹੁਤ ਵਧੀਆ ਕਿ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਇਕੱਠਤਾ ਦੀ ਗੱਲ ਕਰ ਦਿੱਤੀ ਇਹਨਾਂ ਨੇ, ਲੇਕਿਨ ਇੱਥੇ ਆਣ ਕੇ ਫੇਰ ਨਹੀਂ ਇਕੱਠੇ ਰਹਿ ਸਕੇ। ਇਹਨਾਂ ਨੂੰ ਇੱਥੇ ਆਣ ਕੇ ਇਕੱਠੇ ਹੋਣਾ ਚਾਹੀਦਾ ਸੀਗਾ। ਜਿੱਦਾਂ ਹੁਣ ਦੇਖੋ ਸੰਘੂ ਬਾਰਡਰ ਤੇ ਵੀ 2 ਸਟੇਜਾਂ ਚੱਲ ਰਹੀਆਂ ਆ, ਪਹਿਲੇ ਦਿਨ ਤੋਂ ਹੀ 2 ਸਟੇਜਾਂ ਚੱਲ ਰਹੀਆਂ। ਜੇ ਕੋਈ ਜਥੇਬੰਦੀਆਂ ਬਾਹਰ ਜਾਣ ਰਹੀਆਂ ਉਹਨਾਂ ਦੇ ਨਾਲ ਉਹਨਾਂ ਨਾਲ ਕੋਈ ਗੱਲਬਾਤ ਕਰਨ। ਦੇਖੋ ਅਸੀਂ ਮੋਦੀ ਨਾਲ ਗੱਲ ਤਾਂ ਬਾਅਦ 'ਚ ਕਰਾਂਗੇ, ਪਹਿਲਾਂ ਅਸੀਂ ਤਾਂ ਇਕੱਠੇ ਹੋ ਜਾਈਏ। ਅਸੀਂ ਇਕੱਠਤਾ ਦੀ ਗੱਲ ਕਰ ਰਹੇ ਹਾਂ, ਕਿਉਂਕਿ ਭਦੇਰ ਸਾਹਿਬ ਨਾਲ ਵੀ ਇੱਕ ਵਾਰੀ ਮੇਰੀ ਇਹੀ ਗੱਲ ਹੋਈ ਸੀ। ਮੈਂ ਕਿਹਾ ਵੀ ਜੇ ਤੁਸੀਂ ਵੱਖਰੇ ਹੋ ਕੇ ਤੁਰੋਗੇ, ਕਿਉਂਕਿ ਤੁਸੀਂ ਵੀ ਜੰਗ ਉਹੀ ਕਾਨੂੰਨਾਂ ਦੀ ਲੜਦੇ ਆ, ਸੰਯੁਕਤ ਕਿਸਾਨ ਮੋਰਚੇ ਵਾਲੇ ਵੀ ਪਿੱਛੇ ਉਸੇ ਕਾਨੂੰਨ ਦੀ ਗੱਲ ਕਰਦੇ ਆ। ਗਾਜੀਪੁਰ ਗਏ ਸੀ, ਉੱਥੇ ਵੀ ਉਹੀ ਕਾਨੂੰਨ ਦੀ ਗੱਲ ਕਰਦੇ ਆ। ਟਿੱਕਰੀ ਬਾਰਡਰ ਤੇ ਵੀ ਉਸੇ ਕਾਨੂੰਨ ਦੀ ਗੱਲ ਹੁੰਦੀ ਆ। ਲੇਕਿਨ ਜਿਹੜਾ ਫੈਸਲਾ ਹੋਣਾ ਆ ਸੰਯੁਕਤ ਕਿਸਾਨ ਮੋਰਚੇ, ਜਿਹੜਾ ਸਾਡੀ ਮੇਨ ਸਟੇਜ ਆ ਸੰਘੂ ਬਾਰਡਰ ਤੇ, ਮੇਨ ਉਹੀ ਮੰਨਿਆ ਜਾਣਾ। ਕਿਉਂ ਨਾ ਇਹ ਸਾਡੀਆਂ 30-32 ਜਥੇਬੰਦੀਆਂ ਨੂੰ ਸਮਝ ਆਵੇ ਕਿ ਅਸੀਂ ਇੱਥੇ ਵੱਧ ਤੋਂ ਵੱਧ ਰਸ਼ ਕਰੀਏ, ਵੱਧ ਤੋਂ ਵੱਧ ਸੰਗਤ ਆਵੇ। ਇੱਥੇ ਇੱਕ ਬੁਲਾਰਾ ਉਹੀ ਬੁਲਾਇਆ ਜਾਵੇ ਕਿ ਜਿਹਦੀ ਕੋਈ ਸਮਝ ਹੋਵੇ, ਸਾਨੂੰ ਖੇਤੀ ਬਾਰੇ ਦੱਸੇ, ਸਾਨੂੰ ਖੇਤੀ ਨਾਲ ਜੋੜੇ, ਸਾਨੂੰ ਉਹ ਗੱਲਾਂ ਇੱਥੋਂ ਦੇਖਣ ਨੂੰ ਸੁਣਨ ਨੂੰ ਮਿਲਣ ਜਿਹੜੀਆਂ ਆਉਣ ਵਾਲੀਆਂ ਸਦੀਆਂ ਤੱਕ ਉਹ ਇਤਿਹਾਸ ਸੀਗਾ ਇਹ। ਕਿਉਂਕਿ ਅਸੀਂ ਜਦੋਂ ਦੇ ਤੁਰੇ ਸੀ ਅਸੀਂ ਦੇਖਦੇ ਵੀ ਇਤਿਹਾਸ ਆ ਇੱਕ, ਲੇਕਿਨ ਜਦੋਂ ਸਟੇਜ ਤੇ ਜਾਂਦੇ ਆ, ਕਾਫੀ ਬੰਦੇ ਅਸੀਂ ਵੀ ਜਾਂਦੇ ਆ, ਜਦੋਂ ਜਾ ਕੇ ਸੁਣਦੇ ਆ ਉੱਥੇ ਗੱਲਾਂ 10 ਮਿੰਟ 20 ਮਿੰਟ, ਉਹ ਜੋ ਅਸੀਂ ਸੁਣਨਾ ਚਾਹੁੰਦੇ ਆ, ਜੋ ਸਾਨੂੰ ਉੱਥੋਂ ਸੁਣਨਾ ਚਾਹੀਦਾ ਆ, ਉਹ ਸਾਨੂੰ ਨਹੀਂ ਮਿਲਦਾ। ਆਮ ਗੱਲਾਂ ਮਿਲਦੀਆਂ ਆ, ਜਿਹੜੀਆਂ ਆਮ ਦੁਨਿਆਵੀ ਗੱਲਾਂ ਉਹ ਹਰੇਕ ਬੰਦੇ ਕੋਲ ਹੈਗੀਆਂ। ਉਹ ਭਾਵੇਂ ਉਹ ਆਮ ਕਿਸੇ ਬੰਦੇ ਨਾਲ ਗੱਲ ਕਰੋਗੇ, ਤੁਹਾਨੂੰ ਉਹਦੇ ਨਾਲੋਂ ਵੱਧ ਵਧੀਆ ਸੁਝਾਅ ਦੇ ਦੇਊਗਾ। ਜਿਸ ਬੰਦੇ ਨੂੰ ਨੌਲੇਜ ਹੈਗੀ ਆ ਉਹ ਬੰਦਾ ਉੱਥੇ ਬੋਲਦਾ ਨਹੀਂ ਹੈਗਾ, ਨਾ ਹੀ ਉਹਨੂੰ ਬੁਲਾਇਆ ਜਾਂਦਾ ਆ।
ਕਿਉਂਕਿ ਇਹ ਜਥੇਬੰਦੀਆਂ ਨੂੰ ਚਾਹੀਦਾ ਕਿ ਉੱਥੇ 32-40 ਜਥੇਬੰਦੀਆਂ ਆ, ਇਹ 2-2 ਜਥੇਬੰਦੀਆਂ ਦੀ ਪੱਕੀ ਡਿਊਟੀ ਲਾਉਣ ਕਿ ਤੁਸੀਂ ਇਹ ਸਟੇਜ ਦੀ ਜ਼ਿੰਮੇਵਾਰੀ ਅੱਜ ਤੁਹਾਡੀ ਆ, ਮੇਨ ਪ੍ਰਧਾਨਾਂ ਦੀ ਇਹ ਜ਼ਿੰਮੇਵਾਰੀ ਤੁਹਾਡੀ ਆ। ਤੁਸੀਂ ਵਧੀਆ ਪੱਕੇ ਵਧੀਆ ਬਹਿਣ ਦੀ ਗੱਲ ਨਹੀਂ ਹੈਗੀ, ਜਥੇਬੰਦੀਆਂ 'ਚ ਬਹਿਣ ਦੀ ਨਹੀਂ, ਉਹਨਾਂ ਨੇ ਉੱਥੇ ਜਾ ਕੇ ਸਟੇਜ ਨੂੰ ਇਸ ਹਿਸਾਬ ਨਾਲ ਚਲਾਉਣ ਕਿ ਉੱਥੇ ਬੁਲਾਰਾ ਵੀ ਵਧੀਆ ਬੋਲੇ, ਸਟੇਜ ਸੈਕਟਰੀ ਜਿਹੜਾ ਆ ਉਹ ਪੜ੍ਹਿਆ ਲਿਖਿਆ ਹੋਵੇ, ਉਹਨੂੰ ਸਪੀਚ ਇੰਗਲਿਸ਼ ਦੇ ਵਿੱਚ ਦੇਣੀ ਆਉਣੀ ਚਾਹੀਦੀ। ਜੇ ਕੋਈ ਬੰਦਾ ਬਾਹਰਲਾ ਬੁਲਾਰਾ ਬੋਲ ਕੇ ਜਾਂਦਾ ਆ, ਉਹ ਬੁਲਾਰਾ ਉਹ ਦੱਸਣਾ ਚਾਹੀਦਾ ਕਿ ਬੰਦਾ ਬੋਲ ਕੇ ਕੀ ਗਿਆ। ਕਈ ਕਰਨਾਟਕਾ ਦੇ ਬੁਲਾਰੇ ਆਉਂਦੇ ਆ, ਉਹ ਕਰਨਾਟਕਾ ਦੇ ਆਪਣੀ ਭਾਸ਼ਾ 'ਚ ਗੱਲ ਕਰਕੇ ਚਲ ਜਾਂਦੇ ਆ, ਉਹ ਥੱਲੇ ਵਾਲੇ ਹੱਸਦੇ ਰਹਿੰਦੇ ਉਹਨਾਂ ਦੀ ਆਵਾਜ਼ ਸੁਣ ਕੇ। ਉਹ ਕਿਉਂਕਿ ਸਾਨੂੰ ਪਤਾ ਹੀ ਨਹੀਂ ਹੈਗਾ ਪੰਜਾਬੀ ਤੋਂ, ਸਾਰੀ ਪੰਜਾਬੀ ਹਿੰਦੀ ਸਾਨੂੰ ਆਉਂਦੀ ਆ, ਕਿਉਂਕਿ ਪੰਜਾਬੀ ਤਾਂ ਹਰਿਆਣੇ ਵਾਲਿਆਂ ਨੂੰ ਜਿੱਥੇ ਅਸੀਂ ਬੈਠੇ ਆ ਇਹਨਾਂ ਨੂੰ ਨਹੀਂ ਸਾਡੀ ਸਮਝ ਲੱਗਦੀ, ਠੀਕ ਹੈ ਕਿ ਨਹੀਂ। ਇਹ ਮੇਨ ਸਟੇਜ ਸੰਘੂ ਬਾਰਡਰ ਦੀ ਸਟੇਜ ਆ, ਇੱਥੋਂ ਉਹੀ ਬੋਲਿਆ ਜਾਵੇ ਜਿਹੜਾ ਪੰਜਾਬ 'ਚ ਵਰਲਡ 'ਚ। ਦੇਖੋ ਬਾਹਰ ਸਾਡੇ ਜਿਹੜੇ NRI ਵੀਰ ਆ, ਉਹਨਾਂ ਦੇ ਇਸ ਵੇਲੇ ਇੰਨੀ ਕਿ ਸਾਡੇ ਤੇ ਆਸਾਂ ਸੀਗੀਆਂ ਇਸ ਅੰਦੋਲਨ ਦੇ ਉੱਤੇ, ਉਹ ਅੰਦੋਲਨ ਨੂੰ ਆਪਣਾ ਅੰਦੋਲਨ ਸਮਝਦੇ। ਮੇਰੇ ਇੱਕ ਯਾਰ ਦੋਸਤ ਆ, ਰਿਸ਼ਤੇਦਾਰ ਹੀ ਉਹਨੇ ਉਹ ਆਪਣੀ ਉਹ ਗੱਡੀ ਦੇ ਉੱਤੇ ਸੰਯੁਕਤ ਕਿਸਾਨ ਮੋਰਚਾ ਲਿਖ ਕੇ, ਉਹ ਬਲਦਾਂ ਦੀ ਉੱਤੇ ਫੋਟੋ ਲਾ ਕੇ, ਉਹ ਲੋਕਾਂ ਨੇ ਆਪਣੇ ਦਿਲਾਂ ਦੇ ਵਿੱਚ ਇਹ ਮੋਰਚੇ ਨੂੰ ਸੰਭਾਲ ਕੇ ਰੱਖਿਆ ਕਿ ਅਸੀਂ ਇੱਥੋਂ ਜੰਗ ਜਿੱਤ ਕੇ ਜਾਣੀ ਆ। ਢਿੰਡੀ ਕਲਾ ਵਾਲੇ ਜਿਹੜੀਆਂ ਗੱਲਾਂ ਆ ਨਾ, ਉਹ ਇੱਥੋਂ ਹੋਣੀਆਂ ਨਹੀਂ ਚਾਹੀਦੀਆਂ। ਸਿੱਧੂ ਸਾਹਿਬ, ਜਿੱਦਾਂ ਪ੍ਰੋਗਰਾਮ ਪੰਜਾਬ ਦੇ ਵਿੱਚ ਰੱਖੇ ਜਾਂਦੇ ਆ ਤੇ ਰਾਜਨੀਤਿਕ ਲਾਭ ਲੈਣ ਦੀ ਸਾਰੇ ਧੜਿਆਂ ਵੱਲੋਂ ਜਾਂ ਕੁਝ ਜਥੇਬੰਦੀਆਂ ਵੱਲੋਂ ਵੀ ਆਪਣਾ ਕੇਡਰ ਪੱਕਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਪੰਜਾਬ ਵਿੱਚ ਪ੍ਰੋਗਰਾਮ ਰੱਖੇ ਜਾ ਰਹੇ, ਰੱਖੇ ਸ਼ਹੀਦਾਂ ਦੇ ਨਾਂ ਤੇ ਰੱਖੇ ਜਾ ਰਹੇ ਆ, ਕਿਸਾਨੀ ਦੇ ਨਾਂ ਤੇ ਰੱਖੇ ਜਾ ਰਹੇ, ਜਦ ਕਿ ਲੋੜ ਇੱਥੇ ਜ਼ਿਆਦੀ ਹੈ ਲੋਕਾਂ ਦੀ। ਜਦੋਂ ਕਿਸੇ ਪ੍ਰੋਗਰਾਮ ਦੇ ਵਿੱਚ ਪੰਜਾਬ 'ਚ ਅਗਲਿਆਂ ਦਾ ਜ਼ੋਰ ਲੱਗ ਜਾਂਦਾ ਤਾਂ ਅਗਲਾ ਇੱਥੇ 10 ਦਿਨ 15 ਦਿਨ ਆਉਂਦਾ ਨਹੀਂ ਹੈਗਾ। ਇਹ ਮੰਗ ਆ ਲੋਕਾਂ ਦੀ ਆਮ ਗੱਲ ਦੇ ਵਿੱਚ ਵੀ ਪੰਜਾਬ ਦੇ ਪ੍ਰੋਗਰਾਮ ਬੰਦ ਹੋਣੇ ਚਾਹੀਦੇ ਆ। ਸੰਯੁਕਤ ਕਿਸਾਨ ਮੋਰਚੇ ਨਹੀਂ ਵਿੱਚ ਕਿਹਾ, ਪਰ ਫੇਰ ਵੀ ਲੀਡਰ ਵਿੱਚੋਂ ਵਿੱਚ ਹਟਦੇ ਨਹੀਂ ਹੈਗੇ। ਤੇ ਨਾਲ ਆਪਾਂ ਦੇਖਦੇ ਹਾਂ ਕਿ ਪੋਲੀਟੀਕਲ ਪਾਰਟੀਆਂ ਵੀ ਇਹ ਚੀਜ਼ ਦਾ ਪੂਰਾ ਫਾਇਦਾ ਲੈਣ ਲਈ ਆਪਣੇ ਵੱਡੇ ਵੱਡੇ ਫੰਕਸ਼ਨ ਰੱਖ ਰਹੀਆਂ, ਖਾਸ ਕਰਕੇ ਰੈਲੀਆਂ ਰੱਖੀਆਂ ਜਾ ਰਹੀਆਂ। ਇਹ ਚੀਜ਼ਾਂ ਜਿਹੜੀਆਂ ਇਸ ਅੰਦੋਲਨ ਨੂੰ ਕਮਜ਼ੋਰ ਨਹੀਂ ਕਰਦੀਆਂ? ਬਿਲਕੁਲ ਜੀ ਬਿਲਕੁਲ, ਇਹ ਅੰਦੋਲਨ ਨੂੰ ਕਮਜ਼ੋਰੀ ਹੋ ਰਿਹਾ। ਅੰਦੋਲਨ ਸਾਡਾ ਚੜ੍ਹਦੀ ਕਲਾ ਵੱਲ ਨਹੀਂ ਜਾਂਦਾ ਜਦੋਂ ਕੋਈ ਪੰਜਾਬ ਦੇ ਵਿੱਚੋਂ ਮੈਸੇਜ ਆਉਂਦਾ ਆ ਕਿ ਇੱਥੋਂ ਜਦੋਂ ਕੋਈ ਪੰਜਾਬ ਦੇ ਵਿੱਚ ਕੋਈ ਪਲਾਨ ਕਰਦੇ ਆ ਤੁਸੀਂ ਵੀ ਅਸੀਂ ਆ ਫਲਾਨੀ ਜਗ੍ਹਾ ਇਹ ਜਗ੍ਹਾ ਇਸ ਤਰ੍ਹਾਂ ਦਾ ਪ੍ਰੋਗਰਾਮ ਰੱਖਦੇ ਆ, ਕਿਤੇ ਇਹ ਕੋਈ ਰੈਲੀ ਹੋ ਰਹੀ ਆ ਜਾਂ ਕੁਝ ਵੀ ਕਰ ਰਹੇ ਆ ਪੰਜਾਬ ਦੇ ਵਿੱਚ, ਜਦੋਂ ਇੱਥੇ ਯੂਥ ਨੂੰ ਪਤਾ ਲੱਗਦਾ ਉਹ ਵਾਪਸ ਜਾਂਦੇ ਆ, ਭਾਵੇਂ ਇੱਕ ਦਿਨ ਵਾਸਤੇ ਜਾਂਦੇ ਆ, ਉਹ ਜਾਂਦੇ ਹੈਗੇ ਵਾਪਸ। ਕਿਉਂਕਿ ਸਾਨੂੰ ਹੁਣ ਪਿੱਛੇ ਵੀ 1-2 ਪ੍ਰੋਗਰਾਮ ਹੋਏ ਇੱਦਾਂ ਦੇ ਜਿਨ੍ਹਾਂ ਵਿੱਚ ਨੌਜਵਾਨ ਗਏ ਆ। ਹੁਣ ਡਿਬਡਵਾ ਸਾਹਿਬ ਜਿਹੜੇ ਆ ਉਹ ਆ ਰਹੇ ਆ, ਨਵਨੀਤ ਦੀ ਉਹ ਦਾਦਾ ਜੀ ਜਿਹੜੇ ਆ ਉਹਨਾਂ ਨੇ 25 ਤਰੀਕ ਦਾ ਪ੍ਰੋਗਰਾਮ ਰੱਖਿਆ ਆ। ਮੋਗੇ ਤੋਂ 10 ਵਜੇ ਰੈਲੀ ਸਟਾਰਟ ਹੋਣੀ ਆ, ਕਿਉਂਕਿ ਦੇਖੋ ਜਿਸ ਅੰਦੋਲਨ ਦੇ ਵਿੱਚ ਉਹ ਪਰਿਵਾਰ ਲੱਗੇ ਹੋਏ ਆ ਕਿ ਅੰਦੋਲਨ ਨੂੰ ਚੜ੍ਹਦੀ ਕਲਾ ਵੱਲ ਲੈ ਕੇ ਜਾਣਾ। ਮੈਂ ਚਾਹੁੰਦਾ ਕਿ ਜਥੇਬੰਦੀਆਂ ਨੂੰ ਵੀ ਇੱਦਾਂ ਦੇ ਜਥੇ ਬਣਾਉਣੇ ਚਾਹੀਦੇ ਆ ਕਿ ਉੱਥੋਂ ਜਥੇ ਬਣਾ ਕੇ ਹਫ਼ਤੇ ਬਾਅਦ ਇੱਕ ਜਥਾ ਇੱਥੇ ਪਹੁੰਚੇ, ਇੱਕ ਗੱਡੀ ਨਾ ਆਵੇ, ਡਿਊਟੀਆਂ ਨਾ ਲਾਉਣ ਕਿ ਤੁਸੀਂ 10 ਬੰਦੇ ਅੱਜ ਚੱਲ ਜਾਓ, 10 ਬੰਦੇ ਨਹੀਂ। ਮੈਂ ਕਿਹਾ ਜੀ 5000 ਬੰਦਾ। ਹੁਣ ਪਿੱਛੇ ਜਿੱਦਣ ਸਾਡਾ KMP ਘੇਰਨ ਦਾ ਪ੍ਰੋਗਰਾਮ ਸੀਗਾ, ਅਸੀਂ ਉਹ 4 ਘੰਟੇ ਵਾਸਤੇ ਸੀਗੇ ਉੱਥੇ ਬੈਠੇ। ਉਸ ਟਾਈਮ 250-300 ਟਰਾਲੀ ਇਕੱਠੀ ਹੋ ਕੇ ਉਹ ਪੁਲ ਦੇ ਥੱਲਿਓਂ ਦੀ ਜਦੋਂ ਕ੍ਰਾਸ ਹੋ ਕੇ ਉਹ ਭਦੇਰ ਦੀ ਮੇਰੇ ਖਿਆਲ ਟਰਾਲੀ ਸੀ, ਉਹਨਾਂ ਦੀ ਕੋਈ ਸ਼ਿਫਟ ਚੇਂਜ ਹੁੰਦੀ ਆ, ਤੇ ਉਸ ਵੇਲੇ ਜੋਸ਼ ਸੀ ਸਾਰਿਆਂ ਦੇ ਵਿੱਚ, ਦੇਖ ਕੇ ਹੌਸਲੇ ਹੁੰਦੇ ਸੀ ਵਾਕਈ ਯਾਰ ਕਿਸਾਨ ਆ ਰਹੇ ਆ। ਕੱਲੀ ਗੱਡੀ ਦੇ ਵਿੱਚ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ। ਮੈਂ ਤੇ ਇਹ ਕਹਿੰਦਾ ਵੀ ਜਦੋਂ ਵੀ ਆਉਣਾ ਇਹ ਜ਼ਿਲ੍ਹੇ ਵਾਈ ਹੋਣਾ ਚਾਹੀਦਾ ਕਿ ਆਹ ਜਿਹੜਾ ਜ਼ਿਲ੍ਹਾ ਆ ਫਲਾਣੇ ਪ੍ਰਧਾਨ ਦੀ ਡਿਊਟੀਆਂ ਲਾਉਣ। ਜੇ 32-30 ਜਥੇਬੰਦੀਆਂ ਦੀਆਂ ਡਿਊਟੀਆਂ ਹੋਣੀਆਂ ਚਾਹੀਦੀਆਂ ਕਿ ਅੱਜ ਫਲਾਨੀ ਜਥੇਬੰਦੀ ਤੇ ਫਲਾਨੀ ਜਥੇਬੰਦੀ ਦੀਆਂ ਟਰਾਲੀਆਂ ਪੰਜਾਬ ਦੇ ਵਿੱਚੋਂ ਭਰ ਕੇ ਦੇਖੋ ਕਿੰਨੀਆਂ, ਨਾਲੇ ਸਾਨੂੰ ਪਤਾ ਲੱਗੂਗਾ ਕਿਹੜੀ ਜਥੇਬੰਦੀ ਦਾ ਕਿੰਨਾ ਕੁ ਪਿੱਛੇ ਬੈਕਅਪ ਕਿੰਨਾ ਚੱਲਣ ਡਿਆ ਆ ਅੰਦੋਲਨ ਦੇ ਵਿੱਚ, ਸਾਨੂੰ ਉਹ ਵੀ ਪਤਾ ਲੱਗੇ। ਕਿਉਂਕਿ ਇੱਥੇ ਆਣ ਕੇ 32 ਜਿੰਨੀਆਂ ਜਥੇਬੰਦੀਆਂ ਆਪਣਾ ਪੂਰਾ ਹੱਕ ਰੱਖਦੀਆਂ ਕਿ ਅਸੀਂ ਤੁਹਾਡੇ ਹੱਕਾਂ ਵਾਸਤੇ ਬੈਠੇ। ਕੋਈ ਗੱਲ ਕਰਦਾ ਆ, ਕੋਈ ਜਿੱਦਾਂ ਹੁਣ ਆਮ ਜਿਹੜੇ ਇੱਥੇ ਕਿਸਾਨ, ਤੁਸੀਂ ਕਿਸੇ ਨਾਲ ਗੱਲ ਕਰਕੇ ਹੋ, ਆਮ ਮਹਾਰੇ ਵਾਲੇ 70% ਬੈਠੇ ਹੋ ਆ ਜਿਹੜੇ ਕਿਸੇ ਜਥੇਬੰਦੀ ਦੇ ਨਾਲ ਅਟੈਚ ਨਹੀਂ ਹੈਗੇ, ਲੇਕਿਨ ਫਿਰ ਵੀ ਇਸ ਅੰਦੋਲਨ ਦੇ ਵਿੱਚ ਉਹ ਜਥੇਬੰਦੀਆਂ ਦੇ ਨਾਲ ਸਪੋਰਟ 'ਚ ਖੜੇ, ਕਿਉਂਕਿ ਇਹ ਜਿਹੜਾ ਅੰਦੋਲਨ ਹੈ ਸਾਰਿਆਂ ਦਾ ਸਾਂਝਾ ਆ। ਮੈਂ ਚਾਹੁੰਦਾ ਕਿ ਜਥੇਬੰਦੀਆਂ ਨੂੰ ਉੱਥੋਂ ਗੱਡੀਆਂ ਦੇ ਵਿੱਚ ਨਹੀਂ, ਟਰੈਕਟਰ ਟਰਾਲੀਆਂ ਦੇ ਵਿੱਚ ਭਰ ਕੇ ਟਰਾਲੀਆਂ, ਅੱਜ ਸਾਡੀਆਂ ਕੋਈ ਕਵੇ ਵੀ ਅੱਜ ਫਲਾਨੀ ਜਥੇਬੰਦੀ ਦੀਆਂ 50 ਟਰਾਲੀਆਂ ਜਾ ਰਹੀਆਂ ਸੰਘੂ ਬਾਰਡਰ ਤੇ। ਹੌਸਲਾ ਹੁੰਦਾ ਜਦੋਂ ਪੰਜਾਬ ਤੋਂ ਟਰਾਲੀ ਰੋਡ ਥਣੀ ਆਉਣੀ ਆ, ਜਿਹੜੇ ਬੰਦੇ ਨੇ ਨਹੀਂ ਵੀ ਆਉਣਾ ਉਹਦਾ ਵੀ ਦਿਲ ਕਰਦਾ ਯਾਰ ਅਸੀਂ ਚੱਲੀਏ। ਜਦੋਂ 250-300 ਟਰਾਲੀ ਇਕੱਠੀ ਦੇਖੀ ਅਸੀਂ ਨਾ, ਸਾਡਾ ਆਪਣਾ ਮਨ ਬਹੁਤ ਖੁਸ਼ ਹੋਇਆ। ਲੇਕਿਨ ਸਾਡੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਇੱਕ ਵੀ ਇੱਦਾਂ ਦੀ ਕੋਈ ਉਹਨਾਂ ਨੇ ਟਿੱਪਣੀ ਨਹੀਂ ਕੀਤੀ ਜਿਹਦੇ ਲਈ ਉਹਨਾਂ ਨੂੰ ਕਿਸਾਨਾਂ ਨੂੰ ਹੌਸਲਾ ਮਿਲੇ। ਦੇਖੋ ਇਹ ਜਥੇਬੰਦੀਆਂ ਦੇ ਵੱਖਰੇ ਰੁਝੇਵੇਂ ਆ, ਲੇਕਿਨ ਕਿਸਾਨ ਇੱਕੋ ਹੀ ਆ। ਸਿੱਧੂ ਸਾਹਿਬ, ਸੂਤਰਾਂ ਤੋਂ ਖਬਰਾਂ ਆ ਰਹੀਆਂ ਕਿ ਜਿਹੜਾ ਨੌਜਵਾਨਾਂ ਤੇ ਜਥੇਬੰਦੀਆਂ ਵਿੱਚ ਕੋਈ ਮਾੜੀ ਮੋਟੀ ਤਰੇੜ ਸੀਗੀ, ਉਹਨੂੰ ਕੁਝ ਬੰਦੇ ਲੱਗੇ ਹੋਏ ਆ, ਖਾਸ ਕਰਕੇ ਸੁਖ ਜਗਰਾਉਂ ਦੇ ਹੋਰ ਨੌਜਵਾਨ। ਖਬਰ ਆ ਰਹੀ ਆ ਕਿ ਥੋੜੇ ਦਿਨਾਂ ਦੇ ਵਿੱਚ ਦੁਬਾਰਾ ਇੱਕ ਮੁੱਠਤਾ ਹੋਣ ਦੀ
ਕੋਈ ਗੱਲ ਬਣ ਸਕਦੀ ਆ। ਤੁਸੀਂ ਕੀ ਸੋਚਦੇ ਇਹਦੇ ਬਾਰੇ? ਦੇਖੋ ਜੀ, ਨੌਜਵਾਨ ਪਹਿਲੇ ਦਿਨ ਤੋਂ ਹੀ ਸੰਯੁਕਤ ਕਿਸਾਨ ਮੋਰਚੇ ਦੀ ਸਪੋਰਟ 'ਚ ਖੜਾ ਆ। ਪੂਰਾ ਨੌਜਵਾਨ, ਪੂਰੇ ਪੰਜਾਬ ਦਾ, ਹਰਿਆਣੇ ਦਾ, ਅਦਰ ਸਟੇਟਾਂ ਦਾ ਨੌਜਵਾਨ ਸੰਯੁਕਤ ਕਿਸਾਨ ਮੋਰਚੇ ਦੀ ਖੜਾ ਆ। ਚੜ੍ਹਦੀ ਕਲਾ ਵਾਸਤੇ ਉਹ ਖੜਾ ਆ। ਕੁਝ ਜਥੇਬੰਦੀਆਂ ਦੇ ਵਿੱਚ ਹੀ ਕੋਈ ਇਦਾਂ ਦੀ ਗੱਲਬਾਤ ਚੱਲ ਰਹੀ ਹੈ ਕਿ ਉਹ ਯੂਥ ਨੂੰ ਇਹ ਨਹੀਂ ਇੱਥੇ ਲਿਆਉਣਾ ਚਾਹੁੰਦੇ, ਲੇਕਿਨ ਮੈਨੂੰ ਲੱਗਦਾ ਹੈ ਕਿ ਥੋੜ੍ਹੇ ਦਿਨਾਂ ਦੇ ਵਿੱਚ ਉਹ ਜਿਹੜਾ ਉਹਨਾਂ ਦਾ ਭਰਮ ਸੀ ਉਹ ਦੂਰ ਹੋ ਜਾਣਾ ਆ। ਉਹਨਾਂ ਨੇ ਜਿਹੜਾ ਯੂਥਾਂ ਦੇ ਨਾਲ ਉਹਨਾਂ ਦੀ ਨਾਰਾਜ਼ਗੀ ਸੀਗੀ, ਪਤਾ ਨਹੀਂ ਕਿਹੜੀ ਗੱਲ ਦੀ ਨਾਰਾਜ਼ਗੀ ਆ ਉਹਨਾਂ ਦੀ, ਹੋ ਸਕਦਾ ਉਹਨਾਂ ਦੇ ਕੋਈ ਪੁਰਾਣੇ ਆਪਣੇ ਕੋਈ ਗੱਲਬਾਤ ਹੋਗੀ ਆਪਣੇ ਪੰਜਾਬ ਦੀ ਹੈਗੀ, ਉਹ ਇੱਥੇ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਉਹ ਨਹੀਂ ਰੱਖਣੀ ਚਾਹੀਦੀ ਸੀ ਉਹਨਾਂ ਨੇ, ਲੇਕਿਨ ਉਹ ਰੱਖੀ ਉਹਨਾਂ ਨੇ। ਉਹ ਉੱਥੇ ਦੀ ਕਿਰੜਤਾ ਜਿਹੜੀ ਆ ਉਹ ਇੱਥੇ ਅੰਦੋਲਨ ਦੇ ਵਿੱਚ ਕੱਢ ਰਹੇ ਆ, ਉਹ ਬਿਲਕੁਲ ਗਲਤ ਆ ਉਹਨਾਂ ਦੀ। ਲੇਕਿਨ ਯੂਥ ਪਹਿਲੇ ਦਿਨ ਤੋਂ ਸੰਯੁਕਤ ਕਿਸਾਨ ਮੋਰਚੇ ਨਾਲ ਖੜਾ ਰਹੂਗਾ। ਆਉਣ ਵਾਲੇ ਸਮੇਂ ਤੱਕ ਜਦੋਂ ਵੀ ਲੋੜ ਪਊਗੀ, ਯੂਥ ਅਜੇ ਵੀ ਆਉਣ ਨੂੰ ਤਿਆਰ ਹੈ। ਇੱਕ ਵਾਰੀ ਇਹ ਸਟੇਜ ਤੋਂ ਕਹਿ ਦੇਣ ਇਹ ਸਾਡੇ ਆ, ਇਹ ਸਾਡੇ ਆਪਣੇ ਆ, ਸਾਡੇ ਬੱਚੇ ਆ। ਜੇ ਕੋਈ ਗਲਤੀ ਕਰਦੇ ਵੀ ਆ, ਇਹ ਸਾਡੇ ਆਪਣੇ ਕਰਦੇ ਆ। ਜੇ ਕੋਈ ਗਲਤੀ ਕਰਦਾ, ਉਹ ਆਪਣੇ ਬੱਚੇ ਨੂੰ ਘਰੋਂ ਨਹੀਂ ਬਾਹਰ ਕੱਢ ਦਈਦਾ। ਉਹ ਇਹ ਨਹੀਂ ਹੈਗਾ ਕਿ ਤੁਸੀਂ ਉਹਨੂੰ ਕਹਿ ਦਿਓ ਵੀ ਕਾਕਾ ਤੂੰ ਬੇਦਖਲ, ਤੂੰ ਘਰ ਨਹੀਂ ਵੜਨਾ। ਲੇਕਿਨ ਜੇ ਕੋਈ ਗਲਤੀ ਕਰਦਾ ਹੈ, ਉਹਨੂੰ ਤੁਸੀਂ ਸੱਦ ਕੇ ਉਹਨਾਂ ਨਾਲ ਗੱਲ ਕਰੋ। ਕੋਈ ਵੀ ਦੇਖੋ, ਆਪਣੇ ਪਰਿਵਾਰਾਂ ਦੇ ਵਿੱਚ 100 ਬੱਚੇ ਗਲਤੀਆਂ ਕਰਦੇ ਆ, ਜਿਹਦਾ ਨਾਂ ਹੀ ਯੂਥ ਆ, ਯੂਥ ਨੇ ਗਲਤੀ ਤਾਂ ਕਰਨੀ ਆ। ਕਿਉਂਕਿ ਯੂਥ ਤੋਂ ਬਾਅਦ 'ਚ ਸਿਆਣਾ ਹੋ ਕੇ ਬਜ਼ੁਰਗ ਬਣੂਗਾ, ਉਹਨੇ ਸਾਰੀਆਂ ਗਲਤੀਆਂ ਉਹਦੇ ਨੰਗੀਆਂ ਹੁੰਦੀਆਂ ਕਿ ਉਹਨਾਂ ਨੂੰ ਹੋ ਜਾਂਦਾ। ਲੇਕਿਨ ਯੂਥ ਅਜੇ ਵੀ ਆਉਣ ਨੂੰ ਤਿਆਰ ਆ। ਸੰਯੁਕਤ ਕਿਸਾਨ ਮੋਰਚਾ ਇਹ ਗੱਲ ਦੀ ਜ਼ਿੰਮੇਵਾਰੀ ਚੱਕ ਲਵੇ ਕਿ ਅਸੀਂ ਯੂਥ ਨੂੰ ਸੰਭਾਲਾਂਗੇ ਤੇ ਇਹਨਾਂ ਨੂੰ ਵਧੀਆ ਪ੍ਰੋਗਰਾਮ ਦੇਵਾਂਗੇ ਕਿ ਜਿਹੜੇ ਪ੍ਰੋਗਰਾਮ ਜਿਹੜੇ ਆ ਇਹ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਵੱਲ ਦੇ ਪਾਸੇ ਹੀ ਜਾਣਗੇ। ਤੁਸੀਂ ਇਸ ਗੱਲ ਦਾ ਕਰਦੇ ਆ ਕਿ ਜਿਸ ਤਰ੍ਹਾਂ ਤੁਸੀਂ ਉਦਮ ਉਪਰਾਲਾ ਕੀਤਾ, ਹੁਣ ਵੀ ਹੋਲਾ ਮਹੱਲਾ ਦਾ ਪ੍ਰੋਗਰਾਮ ਇੱਥੇ ਮਨਾਇਆ ਜਾਣਾ, ਸ਼ਹੀਦ ਭਗਤ ਸਿੰਘ ਦਾ ਪ੍ਰੋਗਰਾਮ ਵੀ ਇੱਥੇ ਮਨਾਇਆ ਜਾਣਾ ਚਾਹੀਦਾ ਸਿੰਘੂ ਬਾਰਡਰ ਤੇ, ਪਰ ਸ਼ਾਇਦ ਉਹ ਹਜੇ ਤੱਕ ਕੋਈ ਕਾਲ ਨਹੀਂ ਆਈ। ਅਗਲਾ ਪ੍ਰੋਗਰਾਮ ਵੱਡਾ ਜਿਹੜਾ ਆਪਣਾ ਆ ਰਿਹਾ ਇਤਿਹਾਸਕ, ਉਹ ਵਿਸਾਖੀ ਦਾ ਪਰਵ ਆ, ਤੇ ਤੁਸੀਂ ਹੁਣ ਤੋਂ ਤਿਆਰੀਆਂ ਸ਼ੁਰੂ ਕਰੋਗੇ ਵੀ ਅਗਲੇ ਪ੍ਰੋਗਰਾਮ ਜਿਹੜੇ ਹੋਣਗੇ ਸਿੰਘੂ ਬਾਰਡਰ ਤੇ ਮਨਾਏ ਜਾਣ? ਇਹ ਬਿਲਕੁਲ ਜੀ, ਅਸੀਂ ਹੁਣ ਜਿੱਦਾਂ ਸਾਡੀ ਨੌਜਵਾਨਾਂ ਦੀ ਟੀਮ ਬਣ ਗਈ ਆ, ਪਹਿਲਾਂ ਸਾਰੇ ਜਿੰਨੇ ਵੀ ਛੋਟੇ ਗਰੁੱਪ ਬਣ ਗਏ ਸੀਗੇ, ਵੱਖਰੇ ਕੁਝ ਮਹਾਂਪੁਰਸ਼ ਲੰਗਰ ਚਲਾ ਰਹੇ ਸੀਗੇ, ਉਹ ਵੀ ਆਪਣੀ ਜਗ੍ਹਾ ਲੰਗਰਾਂ ਦੀ ਸੇਵਾ ਕਰ ਰਹੇ ਸੀ। ਕੋਈ ਯੂਥ ਸੀਗੇ ਜਿਹੜੇ ਉਹ ਆਪਣਾ ਹੀ ਪ੍ਰੋਗਰਾਮ ਸੀ, ਕੋਈ ਜਿੰਨੇ ਵੀ 150 ਮੁੰਡੇ ਸੀਗੇ ਉਹ ਆਪਣਾ ਹੀ ਲੰਗਰ ਚਲਾਉਂਦੇ ਸੀਗੇ ਜਾਂ ਆਪਣੀਆਂ NGO ਚਲਾਉਣ ਰਹੇ ਸੀਗੇ। ਹੁਣ ਅਸੀਂ ਸਾਰਿਆਂ ਨੇ ਇੱਕ ਸਾਡਾ ਗਰੁੱਪ ਬਣ ਗਿਆ। ਇਸ ਅੰਦੋਲਨ ਵਿੱਚ ਅਸੀਂ ਸਾਰੇ ਇਕੱਠੇ ਹੋ ਗਏ ਆ। ਇਕੱਠੇ ਹੋ ਕੇ ਅਸੀਂ ਆਪਣਾ ਗਰੁੱਪ ਬਣਾ ਕੇ ਇਹੀ ਸਾਰਿਆਂ ਨੂੰ ਅਪੀਲ ਕੀਤੀ ਆ ਕਿ ਆਪਾਂ ਸੰਯੁਕਤ ਕਿਸਾਨ ਮੋਰਚੇ ਦੀ ਸਪੋਰਟ ਕਰੀਏ। ਗਾਂ ਅਪ੍ਰੈਲ ਮਹੀਨਾ ਆਉਂਦਾ, ਜੇ ਕੋਈ ਸੰਗਤ ਵਾਪਸ ਜਾਂਦੀ ਵੀ ਆ ਪੰਜਾਬ ਨੂੰ, ਉਹਨਾਂ ਦੀਆਂ ਪਿੱਛੇ ਟਰੈਕਟਰ ਟਰਾਲੀਆਂ ਖੜੀਆਂ ਆ, ਆਪਾਂ ਉਹਨਾਂ ਨੂੰ ਪ੍ਰੇਰਿਤ ਕਰੀਏ ਕਿ ਅਸੀਂ ਵਾਪਸ ਨਹੀਂ ਜਾਣਾ, ਇੱਥੇ ਹੀ ਰਹਿਣਾ ਆ, ਇਸ ਅੰਦੋਲਨ ਨੂੰ ਚੜ੍ਹਦੀ ਕਲਾ ਵੱਲ ਲੈ ਕੇ ਜਾਣਾ ਆ। ਉਹਦੇ ਕਰਕੇ ਯੂਥ ਸਾਰਾ ਇਕੱਠਾ ਹੋ ਰਿਹਾ ਆ ਤੇ ਜਿਹੜਾ ਪਲਾਨ ਅਗਲਾ ਆਉਣਾ ਆ, ਅਸੀਂ ਹੁਣ ਨਹੀਂ ਚਾਹੁੰਦੇ ਕਿ ਜਥੇਬੰਦੀਆਂ ਪਲਾਨ ਦੇਣ। ਅਸੀਂ ਮੰਗ ਪੱਤਰ ਦੇਣ ਦਾ ਮਤਲਬ ਹੀ ਇਹ ਸੀ। ਹੁਣ ਅਗਲਾ ਮੰਗ ਪੱਤਰ ਨਹੀਂ ਅਸੀਂ ਦੇਣਾ, ਸਾਨੂੰ ਜਥੇਬੰਦੀਆਂ ਹੀ ਕਹਿਣ ਕਿ ਅਸੀਂ ਇਹ ਐਡਾ ਵੱਡਾ ਪ੍ਰੋਗਰਾਮ ਕਰ ਰਹੇ ਹਾਂ ਇੱਥੇ। ਦੇਖੋ ਹੁਣ ਖੜਖਾਂ ਅਸੀਂ ਸਾਥ ਦੇਵਾਂਗੇ। ਇਹ ਹੁਣ ਪਲਾਨ ਅਸੀਂ ਨਹੀਂ ਉਹਨਾਂ ਨੂੰ ਕਹਿਣਾ, ਉਹਨਾਂ ਨੂੰ ਕਹਿਣਾ ਚਾਹੀਦਾ। ਜੇ ਉਹ ਨਹੀਂ ਕਰਦੇ, ਅਸੀਂ ਤਾਂ ਸਾਰੇ ਦਿਨ ਤਿਉਹਾਰ ਮਨਾਉਣੇ ਆ, ਕਿਉਂਕਿ ਅਸੀਂ ਇਸ ਅੰਦੋਲਨ ਦੇ ਨਾਲ ਜੁੜੇ ਆ, ਅਸੀਂ ਉਹ ਕਿਸਾਨਾਂ ਨਾਲ ਜੁੜੇ ਆ। ਇਹ ਮੇਰੇ ਵੀਰ ਰਸੋਈ ਢਾਬੇ ਤੋਂ ਆਏ ਆ। ਰਸੋਈ ਢਾਬੇ ਦੀ ਅੱਜ ਤੱਕ ਵੀ ਇਹੀ ਮੰਗ ਆ ਕਿ ਕੋਈ ਜਥੇਬੰਦੀ ਸਾਡੀ ਸਾਰ ਲੈਣ ਨਹੀਂ ਆਈ। 1-2 ਜਥੇਬੰਦੀਆਂ ਗਈਆਂ, ਉਹਨਾਂ ਨੂੰ ਵੀ ਮੈਂ ਆਪ ਨਾਲ ਲੈ ਕੇ ਗਿਆ, ਉਹਨਾਂ ਨੂੰ ਦਿਖਾ ਲਿਆ ਵੀ ਆਹ ਜਗ੍ਹਾ ਦੇਖੋ, ਇਹਨਾਂ ਨੂੰ ਇਹ ਚੀਜ਼ ਦੀ ਲੋੜ ਆ, ਤੁਸੀਂ ਇਹਨਾਂ ਨੂੰ ਕਿਉਂ ਨਹੀਂ ਵਿਚਰਦੇ ਇਹਨਾਂ ਦੇ ਨਾਲ, ਕਿਉਂਕਿ ਇਹ ਵੀ ਕਿਸੇ ਨਾ ਕਿਸੇ ਜਥੇਬੰਦੀ ਦੇ ਨਾਲ ਹੀ ਆਏ ਆ। ਕੋਈ ਜਥੇਬੰਦੀਆਂ ਬੁਲਾ ਲੈਣੀਆਂ ਪਰ ਉਹਨਾਂ ਤੱਕ ਨਹੀਂ ਅਪਰੋਚ ਕਰਦੀਆਂ। ਇਹ ਸਨ ਗੁਰਦੀਪ ਸਿੰਘ ਜੀ ਸਿੱਧੂ, ਜਿਹੜੇ ਦੁਆਬਾ ਤੋਂ ਨੇ, ਭੋਗਪੁਰ ਏਰੀਏ ਦੇ ਰਹਿਣ ਵਾਲੇ ਨੇ। ਦੋ ਗੱਲਾਂ ਸਾਹਮਣੇ ਆਈਆਂ ਕਿ ਇੱਕ ਤਾਂ ਕਿਤੇ ਨਾ ਕਿਤੇ ਨੌਜਵਾਨਾਂ ਦੇ ਨਾਲ ਕਿਸਾਨ ਜਥੇਬੰਦੀਆਂ ਦਾ ਤਾਲਮੇਲ ਦੀ ਕਿਤੇ ਕਮੀ ਘਾਟ ਹੈਗੀ ਆ। ਦੂਸਰਾ, ਜਿਹੜੇ ਪ੍ਰੋਗਰਾਮ ਸਾਡੇ ਇਤਿਹਾਸਕ ਆ, ਉਹ ਪ੍ਰੋਗਰਾਮ ਇਸ ਵੇਲੇ ਜਿਹੜੀ ਸਿੰਘੂ ਦੀ ਇਤਿਹਾਸਕ ਧਰਤੀ ਤੋਂ ਮਨਾਏ ਜਾਣੇ ਚਾਹੀਦੇ ਆ, ਭਾਵੇਂ ਕਿ ਅਸੀਂ ਸਦੀਆਂ ਤੋਂ ਆਪਣੇ ਪੰਜਾਬ ਦੇ ਵਿੱਚ ਉਹ ਮਨਾਉਂਦੇ ਆ ਰਹੇ ਹਾਂ, ਕਿਉਂਕਿ ਇੱਥੇ ਜਿਹੜੇ ਬੈਠੇ ਲੋਕ ਆ ਉਹਨਾਂ ਦਾ ਵੀ ਦਿਲ ਕਰਦਾ ਹੈ ਅਸੀਂ ਆਪਣੇ ਪ੍ਰੋਗਰਾਮਾਂ 'ਚ ਸ਼ਾਮਲ ਹੋਈਏ। ਪਰ ਕਿਸਾਨੀ ਅੰਦੋਲਨ ਨੂੰ ਦੇਖਦੇ ਹੋਏ ਉਹ ਇਸ ਬਾਰਡਰਾਂ ਦੇ ਉੱਤੇ ਡਟੇ ਖੜੇ ਆ ਤੇ ਉਹਨਾਂ ਨੇ ਵੀ ਇਹੀ ਗੱਲ ਕਹੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਿਸਾਖੀ ਦਾ ਪਰਵ ਜਿਹੜਾ ਉਹ ਵੀ ਸਿੰਘੂ ਬਾਰਡਰ ਤੇ ਹੀ ਮਨਾਇਆ ਜਾਊਗਾ। ਕੈਮਰਾਮੈਨ ਸੰਦੀਪ ਦੇ ਨਾਲ ਗੁਰਨਾਮ ਸਿੰਘ ਵਿਲਗਾ, ਸਿੰਘੂ ਬਾਰਡਰ, ਦਿੱਲੀ ਤੋਂ।